ਸੋ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਿੱਦਾਂ ਅਸੀਂ ਬੱਚੇ ਨੂੰ ਸਕੂਲ ਭੇਜਦੇ ਹਾਂ ਕਿ ਬੇਟਾ ਸਕੂਲ ਜਾ ਤਾਂ ਕਿ ਤੈਨੂੰ ਕਿਤਾਬਾਂ ਦਾ ਗਿਆਨ ਹੋਵੇ, ਅੱਗੇ ਜਾ ਕੇ ਤੂੰ ਨੌਕਰੀ ਕਰਨੀ ਹੈ, ਅੱਗੇ ਜਾ ਕੇ ਤੂੰ ਡਾਕਟਰ ਬਣਨਾ ਹੈ, ਵਕੀਲ ਬਣਨਾ ਹੈ, ਕੋਈ ਅੱਛਾ ਆਫੀਸਰ ਬਣਨਾ ਹੈ, ਪੜ੍ਹ, ਕਿਉਂਕਿ ਤੈਨੂੰ ਇਹ ਗਿਆਨ ਲੈਣਾ ਜ਼ਰੂਰੀ ਹੈ। ਹੁਣ ਜਿੱਦਾਂ ਅਸੀਂ ਆਪਣੇ ਬੱਚਿਆਂ ਨੂੰ ਦੁਨਿਆਵੀ ਗਿਆਨ ਲੈਣ ਵਾਸਤੇ ਸਕੂਲਾਂ ਕਾਲਜਾਂ 'ਚ ਭੇਜਦੇ ਆ ਕਿ ਜਾਣਾ ਜ਼ਰੂਰੀ ਹੈ, ਪਤਾ ਹੈ ਕਿ ਅਗਰ ਨਾ ਪੜ੍ਹਿਆ ਨਾ ਗਿਆ ਤੇ ਇਹਦੀ ਜ਼ਿੰਦਗੀ ਅੱਗੇ ਚੰਗੀ ਨਹੀਂ ਹੋਣੀ, ਅਨਪੜ੍ਹ ਰਹਿ ਗਿਆ ਕਿਤੇ ਨੌਕਰੀ ਨਹੀਂ ਕਰ ਪਾਏਗਾ, ਲਾਈਫ ਕੀ ਹੋਏਗੀ ਇਹਦੀ। ਇਸ ਲਈ ਪਤਾ ਹੈ ਕਿ ਜ਼ਰੂਰੀ ਹੈ, ਜ਼ਬਰਦਸਤੀ ਬੱਚੇ ਨੂੰ ਭੇਜਦੇ ਆ। ਤਾਂ ਕਦੀ ਸੋਚ ਕੇ ਦੇਖੋ ਕਿ ਜਿੱਦਾਂ ਅਸੀਂ ਇਹ ਸਮਝਦੇ ਹਾਂ ਕਿ ਇਹ ਸਕੂਲ ਦਾ ਗਿਆਨ ਦੁਨਿਆਵੀ ਗਿਆਨ ਬੱਚੇ ਵਾਸਤੇ ਕਾਮਯਾਬੀ ਵਾਸਤੇ ਜ਼ਰੂਰੀ ਹੈ, ਇਸੇ ਤਰ੍ਹਾਂ ਇਹ ਵੀ ਸਮਝਣਾ ਪੈਣਾ ਜਿਸ ਗਿਆਨ ਦੀ ਗੱਲ ਸ਼੍ਰੀ ਗੁਰੂ ਰਵਿਦਾਸ ਜੀ ਕੀਤੀ ਕਰਦੇ ਹੈ, ਉਹਨਾਂ ਨੇ ਕੀਤੀ ਹੈ ਕਿ ਐ ਪਿਆਰਿਆ ਤੂੰ ਵੀ ਇਹ ਆਪਣੇ ਤੇ ਲਾਗੂ ਕਰ ਕਿ ਕਿਤਾਬੀ ਗਿਆਨ ਤਾਂ ਸਿੱਖ ਲਿਆ, ਹੁਣ ਮੈਂ ਉਸ ਜਗ੍ਹਾ ਜਾ ਕੇ ਬੈਠਾ, ਐਸੇ ਗੁਰੂ ਦੇ ਨਾਲ ਜੁੜਾਂ, ਐਸੇ ਟੀਚਰ ਦੇ ਨਾਲ ਜੁੜਾਂ ਜੋ ਮੈਨੂੰ ਉਹ ਆਤਮਿਕ ਗਿਆਨ ਦੇ ਸਕੇ, ਜੋ ਮੈਨੂੰ ਅੰਦਰਲੇ ਗਿਆਨ ਬਾਰੇ ਦੱਸ ਸਕੇ। ਕਿਉਂਕਿ ਯਾਦ ਰੱਖੋ ਜਿੱਦਾਂ ਜਿੱਦਾਂ ਤੁਸੀਂ ਆਪਣੇ ਅੰਦਰ ਨਾ ਉਹ ਗਿਆਨ ਨੂੰ ਸਮਝਦੇ ਹੋ, ਉਹਦੇ ਨਾਲ ਜੁੜਦੇ ਹੋ, ਤਾਂ ਇਹ ਗੱਲ ਕੋਈ ਮਜ਼ਾਕ ਦੀ ਨਹੀਂ ਹੈ, ਤੁਹਾਡਾ ਮਨ ਬਹਿਲਾਉਣ ਵਾਸਤੇ ਨਹੀਂ ਕਰ ਰਹੇ। ਉੱਦਾਂ ਉੱਦਾਂ ਤੁਹਾਡੀ ਸ਼ਕਤੀ ਵੱਧਦੀ ਹੈ, ਉੱਦਾਂ ਉੱਦਾਂ ਤੁਹਾਡੇ ਜੀਵਨ 'ਚ એનર્ਜੀ ਵੱਧਦੀ ਹੈ, ਉੱਦਾਂ ਉੱਦਾਂ ਤੁਹਾਡੇ ਜੀਵਨ 'ਚ ਤੰਦਰੁਸਤੀ ਵੱਧਦੀ ਹੈ, ਉੱਦਾਂ ਉੱਦਾਂ ਤੁਹਾਡਾ ਮਾਨਸਿਕ ਲੈਵਲ ਉਸ ਸਟੇਜ ਤੇ ਪਹੁੰਚ ਜਾਂਦਾ ਹੈ ਕਿ ਕਿਸੇ ਪ੍ਰੋਬਲਮ ਨੂੰ, ਕਿਸੇ ਪਰੇਸ਼ਾਨੀ ਨੂੰ ਦੇਖ ਕੇ ਡਰ ਲੱਗਦਾ ਹੀ ਨਹੀਂ ਹੈ। ਬੰਦਾ ਕਹਿੰਦਾ ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਹੈ, ਕਿਉਂਕਿ ਬਹੁਤ ਬੜੀ ਸ਼ਕਤੀ ਮੇਰੇ ਅੰਦਰ ਹੈ ਔਰ ਉਹਦੇ ਸਾਹਮਣੇ ਆਹ ਪ੍ਰੋਬਲਮ ਤਾਂ ਬੜੀਆਂ ਛੋਟੀਆਂ ਹੈ। ਸਮਝ ਆ ਰਹੀ ਕਿ ਨਹੀਂ? ਇਸ ਲਈ ਤਾਂ ਹੀ ਤਾਂ ਅਸੀਂ ਕਈ ਵਾਰ ਇਹ ਮਿਸਾਲ ਦੇਈਦੀ ਹੈ ਕਿ ਤੁਸੀਂ ਜੀਂਦੀ ਜਾਗਦੀ ਮਿਸਾਲ ਸਾਨੂੰ ਦੇਖ ਲਿਆ ਕਰੋ ਕਿ 10 ਸਾਲ ਪਹਿਲਾਂ ਕੀ ਸੀ, ਅੱਜ ਅਸੀਂ ਕੀ ਹਾਂ, ਔਰ ਆਉਣ ਵਾਲੇ 10 ਸਾਲ ਬਾਅਦ ਦੇਖ ਲਿਓ, એનર્ਜੀ ਵੱਧ ਰਹੀ ਹੈ ਅੱਗੇ ਤੋਂ ਅੱਗੇ ਇਹ ਸ਼ਕਤੀ ਵੱਧ ਰਹੀ ਹੈ, ਕਿਉਂਕਿ ਇਹ ਤੁਹਾਡੇ ਅੰਦਰ ਛੁਪੀ ਹੋਈ ਹੈ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਆਨੰਦ, ਜਿਹੜੀ ਸ਼ਕਤੀ ਅਸੀਂ ਫੀਲ ਕਰ ਰਹੇ ਹਾਂ, ਮਹਿਸੂਸ ਕਰ ਰਹੇ ਹਾਂ, ਉਹ ਤੁਸੀਂ ਵੀ ਮਹਿਸੂਸ ਕਰੋ, ਤਾਂ ਕਿ ਜਿੱਦਾਂ ਜਿੱਦਾਂ ਤੁਹਾਡੀ ਉਮਰ ਵਧੇ ਤੁਹਾਡੀ ਸ਼ਕਤੀ ਵਧੇ, ਤੁਹਾਡਾ ਸਾਹਸ ਵਧੇ, ਤੁਹਾਡੀ ਹਿੰਮਤ ਵਧੇ। ਇਹ ਨਾ ਹੋਵੇ ਕਿ ਮੇਰੀ ਉਮਰ ਵੱਧ ਗਈ ਹੁਣ ਕਿੱਥੇ ਟਾਈਮ ਰਹਿ ਗਿਆ। ਜਵਾਨੀ 'ਚ ਲੜ ਲਈਦਾ ਸੀ ਦੁੱਖਾਂ ਨਾਲ, ਜਵਾਨੀ 'ਚ ਲੜ ਲਈਦਾ ਸੀ ਪਰੇਸ਼ਾਨੀਆਂ ਨਾਲ, ਹੁਣ ਤਾਂ ਬੁੜੇ ਹੋ ਗਏ, ਹੁਣ ਤਾਂ ਉਮਰ ਨਹੀਂ। ਬਲਕਿ ਹੋਣਾ ਚਾਹੀਦਾ ਕਿ ਜਿੱਦਾਂ ਮੇਰੀ ਉਮਰ ਵੱਧਦੀ ਹੈ ਮੇਰੀ ਸ਼ਕਤੀ ਹੋਰ ਵੀ, ਮੇਰਾ ਹੌਸਲਾ ਹੋਰ ਵੀ, ਮੇਰਾ ਸਾਹਸ ਹੋਰ ਵੀ ਵੱਧਦਾ ਜਾ ਰਿਹਾ ਹੈ, ਕਿਉਂਕਿ ਉਮਰ ਦੇ ਨਾਲ ਨਾਲ ਸਮਝ ਵਧਣੀ ਹੈ, ਤਾਕਤ ਵਧਣੀ ਹੈ, ਸ਼ਕਤੀ ਵਧਣੀ ਹੈ। ਪਰ ਉਹ ਤਾਂ ਹੀ ਵਧੇਗੀ ਜੇ ਉਹਨੂੰ ਜਾਣਾਂਗੇ। ਸਮਝਦੇ ਹੋ ਕਿ ਨਹੀਂ? ਹੁਣ ਕਹਿੰਦੇ ਨੇ ਇੱਕ ਡਾਕਟਰ, ਫਰਜ਼ ਕਰੋ ਇੱਕ 24 ਸਾਲ ਦਾ ਨੌਜਵਾਨ ਡਾਕਟਰ ਬਣ ਗਿਆ, 24 ਸਾਲ ਦਾ ਨੌਜਵਾਨ ਡਾਕਟਰ ਬਣ ਗਿਆ, ਇੱਕ ਉਦਾਹਰਨ ਦੇ ਰਹੇ ਹਾਂ ਕਿ 24 ਸਾਲ ਦਾ ਨੌਜਵਾਨ ਡਾਕਟਰ ਬਣ ਗਿਆ, ਹੁਣ ਉਹਦੀ ਉਮਰ 30 ਸਾਲ ਦੀ ਹੋ ਗਈ, ਉਹਦਾ ਐਕਸਪੀਰੀਅੰਸ ਘਟੇਗਾ ਜਾਂ ਵਧੇਗਾ? ਹੁਣ ਉਹਦੀ ਉਮਰ 40 ਸਾਲ ਦੀ ਹੋ ਗਈ, ਹੁਣ ਉਹ ਹੋਰ ਵੀ ਵਧੀਆ ਹੋਏਗਾ। ਉਹਦੀ ਉਮਰ 50 ਸਾਲ ਦੀ ਹੋ ਗਈ, ਹੁਣ ਹੋਰ ਵੀ, ਕਿਉਂਕਿ ਜਿੱਦਾਂ ਜਿੱਦਾਂ ਉਹਦੀ ਉਮਰ ਵਧਣੀ ਉਹਦਾ ਗਿਆਨ, ਉਹਦੀ ਨੌਲੇਜ, ਉਹਦੀ ਸਮਝ ਹੋਰ ਵੀ ਵਧਣੀ ਹੈ। ਬੰਦਾ ਕਹਿੰਦਾ ਲੈ ਵੀ ਉਹ ਡਾਕਟਰ ਪਿਛਲੇ 30 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹੈ, ਪਿਛਲੇ 40 ਸਾਲ ਤੋਂ ਆਪਰੇਸ਼ਨ ਕਰ ਰਿਹਾ ਹੈ, ਅੱਛਾ ਇੰਨੇ ਸਾਲਾਂ ਤੋਂ ਕਰ ਰਿਹਾ, ਫਿਰ ਤਾਂ ਡਾਕਟਰ ਬਹੁਤ ਵਧੀਆ ਹੋਏਗਾ। ਤੇ ਜੇ ਬੰਦਾ ਕਹੇ ਹਾਲੇ ਕੱਲ ਹੀ ਸਿੱਖਿਆ ਉਹਨਾਂ, ਅੱਛਾ ਕੱਲ ਹੀ ਸਿੱਖਿਆ, ਤੇ ਪਤਾ ਨਹੀਂ ਭਾਈ ਇਹ ਸਹੀ ਵੀ ਕਰੇਗਾ ਕਿ ਨਹੀਂ। ਹੁਣ ਜਿੱਦਾਂ ਕਿਸੇ ਵੀ ਫੀਲਡ 'ਚ ਚਲੇ ਜਾਓ, ਕਿਸੇ ਵੀ ਫੀਲਡ 'ਚ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਨਾ ਉੱਦਾਂ ਉਹਦਾ ਐਕਸਪੀਰੀਅੰਸ, ਉਹਦੀ ਸਮਝ ਵੱਧਦੀ ਹੈ। ਪਰ ਜਦੋਂ ਮਨੁੱਖਤਾ ਦਾ ਲੈਵਲ ਆਉਂਦਾ ਹੈ, ਇਨਸਾਨੀਅਤ ਦਾ ਲੈਵਲ ਆਉਂਦਾ ਹੈ ਕਿ ਜਿਸ ਨੂੰ ਪਰਮਾਤਮਾ ਨੇ ਆਪਣੇ ਹੱਥੀਂ ਤਿਆਰ ਕੀਤਾ ਹੈ, ਜਦੋਂ ਉਹਦੀ ਗੱਲ ਆਉਂਦੀ ਹੈ ਤਾਂ ਹੈਰਾਨੀ ਹੁੰਦੀ ਹੈ ਕਿ ਜਿਸ ਇਨਸਾਨ ਨੂੰ ਪਰਮਾਤਮਾ ਨੇ ਬਣਾਇਆ ਉਹ ਇਨਸਾਨ ਉਹਦੀ ਤਾਕਤ ਨੂੰ ਸਮਝ ਨਹੀਂ ਪਾਇਆ। ਔਰ ਜਿੱਦਾਂ ਜਦੋਂ ਉਮਰ ਵੱਧਦੀ ਹੈ ਇਨਸਾਨ ਆਪਣੇ ਆਪ ਨੂੰ ਕਮਜ਼ੋਰ ਫੀਲ ਕਰਦਾ ਹੈ, ਮੈਂ ਤਾਂ ਕਮਜ਼ੋਰ ਹੋ ਗਿਆ, ਮੈਂ ਤਾਂ ਹੁਣ ਆਹ ਕਰ ਹੀ ਨਹੀਂ ਪਾਣਾ ਕਿਉਂਕਿ ਉਮਰ ਹੋ ਗਈ ਹੈ, ਹੁਣ ਤਾਂ ਆਹ ਦੁਖਦਾ, ਹੁਣ ਤਾਂ ਉਹ ਦੁਖਦਾ ਹੈ। ਹੁਣ ਯਾਦ ਰੱਖੋ એનર્ਜੀ ਘਟੇਗੀ ਤਾਂ ਦਰਦਾਂ ਆਉਣਗੀਆਂ, એનર્ਜੀ ਘਟੇਗੀ ਥਕਾਵਟ ਹੋਏਗੀ, એનર્ਜੀ ਘਟੇਗੀ ਤਾਂ ਸੁਸਤੀ ਪਏਗੀ, એનર્ਜੀ ਘਟੇਗੀ ਤਾਂ ਸਰੀਰ ਮਿੱਟੀ ਹੋਏਗਾ, ਕਿਉਂਕਿ એનર્ਜੀ ਦਾ ਦਾਤਾ ਤੁਹਾਡੇ ਅੰਦਰ, ਉਹਨੂੰ ਸਮਝਿਆ ਤਾਂ ਹੈ ਹੀ ਨਹੀਂ ਹਾਲੇ। ਜੇ ਉਹਨੂੰ ਸਮਝਣਾ ਆ ਜਾਵੇ, ਉਹਨੂੰ ਜਾਣਨਾ ਆ ਜਾਵੇ, ਤੁਸੀਂ ਕਹਿਣਾ ਕਮਾਲ ਦੀ ਗੱਲ ਹੈ। ਉਹ ਮੈਂ ਤਾਂ ਜਿੱਦਾਂ ਜਿੱਦਾਂ ਅੱਗੇ ਜਾਂਦਾ ਮੇਰੀ એનર્ਜੀ ਹੋਰ ਅਪ ਹੋ ਰਹੀ ਹੈ, ਹੋਰ ਵੱਧਦੀ ਜਾ ਰਹੀ ਹੈ, ਕਿਉਂਕਿ ਜਿੰਨਾ ਅਸੀਂ ਪ੍ਰਮਾਤਮਾ ਨੂੰ, ਪ੍ਰਭੂ ਨੂੰ ਸਮਝਦੇ ਜਾਂਦੇ ਹਾਂ ਉਹਦੀ ਸ਼ਕਤੀ ਉਨੀ, ਕਹਿ ਦਿਓ ਹੁਣ, ਵੱਧਦੀ ਚਲੀ ਜਾਂਦੀ ਹੈ। ਇਹੀ ਗੱਲ ਸ਼੍ਰੀ ਗੁਰੂ ਰਵਿਦਾਸ ਜੀ ਕਹਿੰਦੇ ਸਾਰੇ ਸੁੱਖਾਂ ਦਾ ਮੂਲ ਤਾਂ ਇਹੀ ਹੈ। ਜ਼ਰਾ ਸੋਚ ਕੇ ਦੇਖੋ, ਬੰਦਾ ਕਿਤਾਬੀ ਗਿਆਨ ਲੈ ਕੇ ਬੜੇ ਤੋਂ ਬੜਾ ਅਫਸਰ ਬਣ ਜਾਏਗਾ, ਬੜੇ ਤੋਂ ਬੜਾ ਕੋਈ ਉੱਚੀ ਪੋਸਟ ਤੇ ਬਹਿ ਜਾਏਗਾ,
ਪਰ ਜਦੋਂ ਗੱਲ ਆਉਂਦੀ ਹੈ ਸੰਤਾਂ ਮਹਾਂਪੁਰਸ਼ਾਂ ਦੀ ਜਿਨ੍ਹਾਂ ਨੇ ਆਪਣੇ ਆਪ ਨੂੰ ਜਾਣਿਆ ਹੈ, ਹੁਣ ਜਦੋਂ ਗੱਲ ਉਹਨਾਂ ਦੀ ਆਉਂਦੀ ਹੈ ਨਾ ਤਾਂ ਬੜੇ ਬੜੇ ਰਾਜੇ ਮਹਾਰਾਜੇ ਵੀ ਉਹਨਾਂ ਦੇ ਕਦਮਾਂ 'ਚ ਸਿਰ ਰੱਖਦੇ ਐ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜੇ ਆਪਾਂ ਗੱਲ ਲਈਏ ਸ਼੍ਰੀ ਗੁਰੂ ਰਵਿਦਾਸ ਜੀ, ਕੋਈ ਡਿਗਰੀ ਸੀ ਉਹਨਾਂ ਦੇ ਕੋਲ ਕਿ ਕਿਸੇ ਕਾਲਜ ਦੀ ਸਕੂਲ ਦੀ ਡਿਗਰੀ ਸੀ? ਨਹੀਂ, ਪਰ ਬੜੇ ਬੜੇ ਰਾਜਿਆਂ ਨੇ ਕਦਮਾਂ 'ਚ ਸਿਰ ਰੱਖਿਆ ਕਿ ਨਹੀਂ? ਕਿਉਂਕਿ ਉਹਨਾਂ ਨੇ ਜਾਣਿਆ ਸੀ ਉਹ ਪਰਮ ਸ਼ਕਤੀ ਨੂੰ ਜਿਹੜੀ ਸਾਰੀ ਦੁਨੀਆ ਨੂੰ ਚਲਾ ਰਹੀ ਹੈ। ਔਰ ਅੱਜ ਇਨਸਾਨ ਦੀ ਇਹੀ ਤਾਂ ਇੱਕ ਨਾ ਸਮਝੀ ਹੈ ਕਿ ਇਨਸਾਨ ਹੋਰ ਹਰ ਚੀਜ਼ ਸਿੱਖਣ ਨੂੰ ਤਿਆਰ ਹੈ, ਪਰ ਉਹ ਆਤਮਾ ਬਾਰੇ ਸਿੱਖਣ ਨੂੰ ਤਿਆਰ ਨਹੀਂ ਹੈ। ਬੋਲੋ ਸਮਝਦੇ ਹੋ? ਬੱਚੇ ਨੂੰ ਕਹਿੰਦੇ ਬੇਟਾ ਆਹ ਕੰਮ ਸਿੱਖ ਲੈ, ਬੱਚਾ ਉਹ ਕੰਮ ਸਿੱਖ ਲੈ, ਠੀਕ ਹੈ ਕੰਮ ਸਿਖਾਓ, ਸਕੂਲ ਕਾਲਜ ਭੇਜੋ, ਪਰ ਨਾਲ ਨਾਲ ਉਹਨੂੰ ਆਤਮਾ ਦੇ ਬਾਰੇ ਕਿੱਦਾਂ ਜਾਣਿਆ ਜਾਵੇ, ਆਪਣੀ ਆਤਮਿਕ ਸ਼ਕਤੀ ਨੂੰ ਕਿੱਦਾਂ ਜਾਣਿਆ ਜਾਵੇ, ਆਤਮਿਕ ਸ਼ਕਤੀ ਨੂੰ ਕਿੱਦਾਂ ਵਧਾਇਆ ਜਾਵੇ, ਉਹਦੇ ਬਾਰੇ ਉਹਨੂੰ ਮੈਡੀਟੇਸ਼ਨ ਬਾਰੇ ਵੀ ਦੱਸੋ, ਧਿਆਨ ਕਰਨ ਬਾਰੇ ਵੀ ਦੱਸੋ। ਔਰ ਫਿਰ ਕਹਾਂਗੇ ਧਿਆਨ ਕਰਨਾ, ਨਹੀਂ ਤਾਂ ਕਈ ਬੰਦੇ ਦੇਖਦੇ ਜੀ ਮੈਂ ਤਾਂ ਇੰਨੇ ਸਾਲਾਂ ਤੋਂ ਧਿਆਨ ਕਰ ਰਿਹਾ। ਅੱਛਾ ਕਿੱਥੋਂ ਕਰ ਰਹੇ ਆ ਜੀ? YouTube ਤੋਂ ਦੇਖ ਕੇ ਕਰ ਰਹੇ ਆ। ਉਹ YouTube ਤੇ ਤਾਂ ਕਈ ਪ੍ਰਕਾਰ ਦੇ ਜਿਹੜੇ ਆਪਣਾ ਆਪਣਾ ਦੱਸੀ ਜਾਂਦੇ, ਇਦਾਂ ਕਰ ਲੈ, ਉਦਾਂ ਕਰ ਲੈ, ਇਦਾਂ ਕਰ ਲੈ। ਹੁਣ ਦੇਖ ਕੇ ਕਦੀ ਉਹ ਗੱਲ ਨਹੀਂ ਬਣਦੀ। ਸਾਨੂੰ ਉਹ ਗੁਰੂ ਦੀ, ਉਹ ਟੀਚਰ ਦੀ, ਹੁਣ ਟੀਚਰ ਕਹਿ ਲਓ, ਮਾਸਟਰ ਕਹਿ ਲਓ, ਗੁਰੂ ਕਹਿ ਲਓ, ਗੱਲ ਤਾਂ ਇੱਕੋ ਹੀ ਹੈ। ਕਿਉਂਕਿ ਗੁਰੂ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ? ਮਾਸਟਰ। ਜਰਾ ਸਮਝਣਾ। ਇਸ ਲਈ ਤੁਸੀਂ ਇੱਧਰ ਚਾਈਨਾ ਵੱਲ ਚਲੇ ਜਾਓ, ਜਾਪਾਨ ਵੱਲ ਚਲੇ ਜਾਓ, ਜਾਂ ਕਿਤੇ ਚਲੇ ਜਾਓ ਨਾ, ਉਹ ਜਦੋਂ ਆਪਣੇ ਗੁਰੂ ਨੂੰ ਬੁਲਾਉਂਦੇ ਤਾਂ ਮਾਸਟਰ ਕਹਿ ਕੇ ਬੁਲਾਉਂਦੇ ਆ। ਮਾਸਟਰ ਦਾ ਮਤਲਬ ਹੈ ਗੁਰੂ। ਸਮਝਦੇ ਹੋ ਕਿ ਨਹੀਂ? ਹੁਣ ਸਾਨੂੰ ਗੁਰੂ ਦੀ ਜ਼ਰੂਰਤ ਹੈ, ਉਹ ਟੀਚਰ ਦੀ ਜ਼ਰੂਰਤ ਹੈ ਜੋ ਧਿਆਨ ਦੀਆਂ ਸਹੀ ਵਿਧੀਆਂ ਸਾਨੂੰ, ਕਿਉਂਕਿ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਇੱਕ ਅਵਸਥਾ ਹੁੰਦੀ ਹੈ। ਸਮਝਦੇ ਹੋ ਕਿ ਨਹੀਂ? ਹੁਣ ਇੱਥੇ ਬਹੁਤ ਜੀਵ ਬੈਠੇ ਹੋਣਗੇ, ਕਿਸੇ ਨੂੰ ਮਿੱਠਾ ਪਸੰਦ ਹੋਏਗਾ, ਕਿਸੇ ਨੂੰ ਨਮਕੀਨ ਪਸੰਦ ਹੋਏਗਾ, ਕਿਸੇ ਨੂੰ ਮਿਰਚ ਪਸੰਦ ਹੋਏਗੀ, ਕਿਸੇ ਨੂੰ ਖੱਟਾ ਪਸੰਦ ਹੋਏਗਾ, ਕਿਉਂਕਿ ਹਰੇਕ ਦੀ ਆਪਣੀ ਆਪਣੀ ਟੇਸਟ ਹੁੰਦਾ, ਆਪਣਾ ਆਪਣਾ ਸਵਾਦ ਹੁੰਦਾ ਹੈ। ਕਿਸੇ ਅੰਦਰ ਕੋਈ ਕਮੀ ਹੈ ਤਾਂ ਕਿਸੇ ਅੰਦਰ ਕੋਈ ਕਮੀ ਹੈ। ਹੁਣ ਜੇ ਸਾਰਿਆਂ ਦਾ ਮਨ ਅਲੱਗ-ਅਲੱਗ ਹੈ, ਸਾਰਿਆਂ ਦੀ ਮਾਨਸਿਕ ਅਵਸਥਾ ਅਲੱਗ-ਅਲੱਗ ਹੈ, ਤਾਂ ਵਿਧੀ ਵੀ ਉਹਦੀ ਅਵਸਥਾ ਨੂੰ ਦੇਖ ਕੇ ਦੇਣੀ ਪੈਂਦੀ ਕਿ ਭਾਈ ਜਿੱਦਾਂ ਹੁਣ ਫਰਜ਼ ਕਰੋ, ਇਹਨੂੰ ਇਦਾਂ ਸਮਝ ਲਓ ਕਿ ਇਸ ਵੇਲੇ ਤੁਸੀਂ ਖੁਰਲੇ ਕਿੰਗਰੇ ਬੈਠੇ ਹੋ, ਇੱਕ ਬੰਦਾ ਆਦਮਪੁਰ ਦਾ ਹੈ, ਇੱਕ ਬੰਦਾ ਕਠਾਰ ਦਾ ਹੈ, ਇੱਕ ਬੰਦਾ ਜੰਡੂ ਸਿੰਘੇ ਦਾ ਹੈ। ਹੁਣ ਉਹਨਾਂ ਨੇ ਹੁਸ਼ਿਆਰਪੁਰ ਕਾਂਟੀਆਂ ਦਰਬਾਰ ਨੂੰ ਜਾਣਾ ਹੋਵੇ ਤਾਂ ਹੁਣ ਬੰਦਾ ਕਹੇ ਪਹਿਲਾਂ ਖੁਰਲੇ ਕਿੰਗਰੇ ਪਹੁੰਚ, ਇੱਥੋਂ ਰਸਤਾ ਦੱਸੂ ਤੈਨੂੰ ਜਾਣ ਦਾ। ਉਹਨਾਂ ਕਹਿਣਾ ਭਾਈ ਮੈਂ ਤਾਂ ਪਹਿਲਾਂ ਹੀ ਕਠਾਰ ਬੈਠਾ ਹਾਂ। ਹੁਣ ਜਿਹੜਾ ਕਠਾਰ ਬੈਠਾ ਉਹਨੂੰ ਕਠਾਰ ਤੋਂ ਹੀ ਰਸਤਾ ਦੱਸਣਾ ਪੈਣਾ ਕਿ ਭਾਈ ਇੱਥੋਂ ਤੈਨੂੰ ਨੇੜੇ ਪੈਣਾ ਹੈ, ਇੱਥੇ ਜਾ। ਜਿਹੜਾ ਆਦਮਪੁਰ ਉਹਨੂੰ ਉੱਥੋਂ ਰਸਤਾ ਦਿਖਾਉਣਾ ਪੈਣਾ ਹੈ, ਜਿਹੜਾ ਫਗਵਾੜੇ ਉਹਨੂੰ ਉੱਥੋਂ ਰਸਤਾ ਦੱਸਣਾ ਪੈਣਾ ਹੈ। ਕਿਉਂਕਿ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਬੰਦੇ ਦੀ ਅਵਸਥਾ ਕੀ ਹੈ, ਬੰਦਾ ਹੈ ਕਿੱਥੇ। ਜਿੱਥੇ ਹੈ ਸ਼ੁਰੂਆਤ ਹਮੇਸ਼ਾ ਸਫ਼ਰ ਦੀ ਉੱਥੋਂ ਹੁੰਦੀ ਹੈ। ਤਾਂ ਜੇ ਬੰਦੇ ਨੂੰ ਕਹੇ ਪਹਿਲਾਂ ਤੂੰ ਇੱਥੇ ਪਹੁੰਚ, ਇੱਥੋਂ ਵੀ ਤੈਨੂੰ ਰਸਤਾ ਦੱਸਾਂਗੇ ਜਾਣ ਦਾ, ਤਾਂ ਫਿਰ ਤਾਂ ਟਾਈਮ ਹੀ ਬੜਾ ਲੰਘ ਜਾਏਗਾ। ਇਸ ਲਈ ਮੁਰਸ਼ਦ ਦਾ ਕੰਮ ਇਹੀ ਹੈ, ਗੁਰੂ ਦਾ ਕੰਮ ਇਹੀ ਹੈ, ਉਹ ਸਾਡੀ ਅਵਸਥਾ ਨੂੰ ਸਮਝਦਾ ਹੈ ਔਰ ਫਿਰ ਸਾਨੂੰ ਉਹ ਮਾਰਗ ਦਿਖਾਉਂਦਾ ਹੈ ਕਿ ਜਿਸ ਮਾਰਗ ਤੇ ਚੱਲ ਕੇ ਅਸੀਂ ਉਹ ਪਰਮਾਤਮਾ ਨੂੰ, ਉਹ ਪ੍ਰਭੂ ਨੂੰ, ਉਹ ਹਰੀ ਨੂੰ, ਜਾਂ ਕਹਿ ਲਓ ਆਤਮਿਕ ਗਿਆਨ ਨੂੰ ਸਮਝ ਸਕੀਏ, ਜਾਣ ਸਕੀਏ। ਇਸ ਲਈ ਜਦੋਂ ਉਸ ਨੂੰ ਜਾਣ ਲਿਆ ਨਾ ਤਾਂ ਫਿਰ ਇਨਸਾਨ ਦੇ ਜੀਵਨ 'ਚ ਖੁਸ਼ੀਆਂ ਆਉਂਦੀਆਂ ਹੈ। ਨਹੀਂ ਤਾਂ ਤੁਸੀਂ ਆਪ ਦੇਖੋ ਕਿ ਦੁਨੀਆ ਤੇ ਚਾਹੇ ਕੋਈ ਬੜੇ ਤੋਂ ਬੜਾ ਆਫੀਸਰ ਹੋਵੇ, ਬੜੇ ਤੋਂ ਬੜਾ ਡਾਕਟਰ ਹੋਵੇ, ਬੜੇ ਤੋਂ ਬੜਾ ਕੋਈ ਵੀ ਵਕੀਲ ਹੋਵੇ, ਹਰ ਇੱਕ ਬੰਦਾ ਟੈਨਸ਼ਨ 'ਚ ਹੈ, ਹਰ ਇੱਕ ਬੰਦਾ ਕਿਤੇ ਨਾ ਕਿਤੇ ਪਰੇਸ਼ਾਨੀ 'ਚ ਹੈ, ਹਰ ਬੰਦਾ ਕਿਤੇ ਨਾ ਕਿਤੇ ਦੁਖੀ ਹੈ। ਕਿਉਂਕਿ ਸਾਡੇ ਕੋਲ ਤਾਂ ਬੇਨਤੀਆਂ ਆਉਂਦੀਆਂ ਰਹਿੰਦੀਆਂ ਹੈ, ਪਰ ਫਿਰ ਅਸੀਂ ਜਾਣੀਦਾ ਹੈ ਕਿ ਜਿਨ੍ਹਾਂ ਨੇ ਆਪਣੇ ਅੰਦਰੋਂ ਪ੍ਰਮਾਤਮਾ ਨੂੰ ਸਮਝ ਲਿਆ, ਫਿਰ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ, ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹੈ। और यही गल कही जा रही है कि सीख ले आत्म ज्ञान को जो सब सुखों का मूल, कि सारे सुखों का मूल तो तेरे अंदर है। बोलो समझते हो कि नहीं? सारे सुखों की जड़ तो तेरे अंदर है, पर वो जड़ नूं अंदरों जानन की बजाय ऐसी सुखों नूं बाहर लभी जाइए। हुण है अंदर, लभीए बाहर, तो मुलाकात होएगी कदी? हुण तुसीं इत्थे बैठे हो तो तुहाडे घर दे तुहानूं बाहर लभी जाण, डैडी नहीं मिलता, अंकल नहीं मिलता, तो उन्होंने मिलेगा? जे हॉल च बैठे हैं, हाल च बैठे हैं ना, तो उत्थे जाके देखो, क्योंकि जिथे इंसान है मुलाकात भी उत्थे होनी है। समझते हो कि नहीं? इसलिए यही चीज़ नूं सब तो बड़ी समझण दी जरूरत है कि जिद्दां असीं बच्चिआं नूं कहंदे आ बेटा आ सिख, अपने आप नूं भी कहना है कि मैं बाकी तो सब जानदा हाँ। जिद्दां दस्सिआ गड्डी चलानी आंदी है, बस चलानी आंदी है, इत्थे तक जे मैनूं एरोप्लेन चलाना भी आंदा है ना, ये सब कुछ बाहर है। हुण अपने आप नूं किद्दां चलाया जावे, अपने आप नूं किद्दां कंट्रोल किया जाए। हुण तुहाडे गड्डी दा कंट्रोल च हुंदी है, क्या स्टीयरिंग मेरे कंट्रोल च है, ब्रेक मेरे कंट्रोल च, जिथे रोकड़ियां मार देनी है। पर की जदों तुहानूं क्रोध आंदा वो कंट्रोल च है, तुहाडे कित्थे ब्रेक लानी है, उत्थे निकल जाता है। बाद चों बंदा पछतांदा कि ओहो काबू नहीं कर होया। लालच
ਲੋਭ, ਨਫ਼ਰਤ, ਚਿੰਤਾ, ਡਰ, ਟੈਨਸ਼ਨ, ਇਹ ਕਿੰਨਾ ਕੁਛ ਹੈ ਜਿੱਤੇ ਬੜੇ ਕੰਟਰੋਲ ਦੀ ਜ਼ਰੂਰਤ ਹੈ। ਔਰ ਜੇ ਇਹਨਾਂ ਨੂੰ ਹੀ ਕੰਟਰੋਲ ਕਰਨਾ ਨਾ ਆਇਆ ਤਾਂ ਬਾਹਰਲੀਆਂ ਚੀਜ਼ਾਂ ਨੂੰ ਕੰਟਰੋਲ ਕਰ ਲਿਆ ਤਾਂ ਕੀ ਹੈ? ਸਮਝਦੇ ਹੋ ਕਿ ਨਹੀਂ? ਸਭ ਤੋਂ ਪਹਿਲਾਂ ਸਿੱਖੋ ਕਿ ਆਪਣੀ ਲਾਈਫ ਨੂੰ ਅਸੀਂ ਕਿੱਦਾਂ ਕੰਟਰੋਲ ਕਰ ਸਕਦੇ ਹਾਂ। ਆਪਣੀਆਂ ਜੋ ਅੰਦਰ ਕਮੀਆਂ ਹੈ, ਬੁਰਾਈਆਂ ਹੈ, ਜਿੱਦਾਂ ਬੰਦੇ ਨੂੰ ਪਤਾ ਹੈ ਕਿ ਕ੍ਰੋਧ ਆ ਜਾਂਦਾ ਹੈ, ਮੇਰੇ ਤੋਂ ਝੂਠ ਬੋਲ ਹੋ ਜਾਂਦਾ ਹੈ, ਮੇਰੇ ਤੋਂ ਨਿੰਦਿਆ ਹੋ ਜਾਂਦੀ ਹੈ, ਚੁਗਲੀ ਹੋ ਜਾਂਦੀ ਹੈ, ਮੈਂ ਨਫ਼ਰਤ ਵੀ ਕਰਦਾ ਹਾਂ, ਮੈਂ ਦੂਜਿਆਂ ਨੂੰ ਬੁਰਾ ਵੀ ਬੋਲ ਦਿੰਦਾ ਹਾਂ, ਇਹ ਕੁਝ ਕਮੀਆਂ ਹੈ। ਔਰ ਹੁਣ ਸਾਨੂੰ ਚਾਹੀਦਾ ਕਿ ਜੇ ਜ਼ਿੰਦਗੀ ਮੇਰੀ ਹੈ ਔਰ ਮੈਂ ਆਪਣੇ ਜੀਵਨ ਨੂੰ ਸੁੱਖਾਂ ਨਾਲ ਭਰਨਾ ਚਾਹੁੰਦਾ ਤਾਂ ਸੁੱਖਾਂ ਨਾਲ ਫੇਰ ਹੀ ਭਰ ਹੋਏਗਾ ਅਗਰ ਮੈਂ ਆਪਣੀਆਂ ਇਹਨਾਂ ਕਮੀਆਂ ਨੂੰ ਦੂਰ ਕਰੂੰਗਾ। ਔਰ ਕਮੀਆਂ ਨੂੰ ਉਹੀ ਦੂਰ ਕਰ ਸਕਦਾ ਜਿਹਦਾ ਆਪਣੇ ਆਪ ਤੇ ਕੰਟਰੋਲ ਹੋਵੇ। ਸਮਝਦੇ ਹੋ ਕਿ ਨਹੀਂ? ਜਿਹਦਾ ਕਈ ਵਾਰ ਦੱਸਿਆ ਨਾ ਕਿ ਇੱਕ ਫਕੀਰ ਜਾ ਰਹੇ ਸੀ, ਇੱਕ ਆਦਮੀ ਆਇਆ ਨਾ ਗਾਲੀ ਦਿੱਤੀ, ਫਕੀਰ ਮੁਸਕਰਾਉਂਦੇ ਰਹੇ, ਉਹਨੇ ਦੂਜੀ ਗਾਲੀ ਦਿੱਤੀ, ਫਿਰ ਫਕੀਰ ਫਿਰ ਮੁਸਕਰਾਉਂਦੇ ਰਹੇ, ਉਹਨੇ ਤੀਜੀ ਗਾਲੀ ਦਿੱਤੀ, ਫਕੀਰ ਫਿਰ ਮੁਸਕਰਾਉਂਦੇ ਰਹੇ। ਜਦੋਂ 5-7 ਉਹਨਾਂ ਗਾਲੀਆਂ ਦਿੱਤੀਆਂ, ਫਕੀਰ ਹੱਸਦੇ ਰਹੇ ਤਾਂ ਪਰੇਸ਼ਾਨ ਹੋ ਕੇ ਚਲਾ ਗਿਆ। ਲੈ ਵੀ ਇਹਨਾਂ ਦਾ ਕੋਈ ਜਵਾਬ ਵੀ ਨਹੀਂ ਦਿੱਤਾ, ਕ੍ਰੋਧ ਵੀ ਨਹੀਂ ਕੀਤਾ। ਤਾਂ ਜਦੋਂ ਚਲੇ ਗਏ ਫਕੀਰ ਹੱਸਦੇ ਤੁਰ ਪਏ ਤਾਂ ਕੋਲ ਹੀ ਇੱਕ ਕਿਸਾਨ ਸੀ ਜੋ ਖੇਤ ਵਿੱਚ ਸਾਰਾ ਕੁਝ ਦੇਖ ਰਿਹਾ ਸੀ। ਉਹਨੇ ਆਵਾਜ਼ ਮਾਰੀ, ਕਹਿੰਦਾ ਮਹਾਰਾਜ ਰੁਕੋ। ਫਕੀਰ ਕਹਿੰਦੇ ਹਾਂ ਬੇਟਾ ਦੱਸ ਕੀ ਗੱਲ? ਕਹਿੰਦੇ ਮਹਾਰਾਜ ਉਹ ਆਦਮੀ ਨੇ ਤੁਹਾਨੂੰ 7-8 ਗਾਲੀਆਂ ਦਿੱਤੀਆਂ, ਤੁਸੀਂ ਹੱਸਦੇ ਰਹੇ। ਤਾਂ ਉਸ ਵੇਲੇ ਫਕੀਰ ਕਹਿੰਦੇ ਦਰਅਸਲ ਬੇਟਾ ਗਾਲੀਆਂ ਦੇਣਾ ਉਹਦਾ ਕੰਮ ਸੀ, ਉੱਤੇ ਮੇਰਾ ਕਾਬੂ ਨਹੀਂ ਸੀ, ਪਰ ਖੁਸ਼ ਰਹਿਣਾ ਮੇਰਾ ਕੰਮ ਸੀ, ਇੱਥੇ ਮੇਰਾ ਪੂਰਾ ਕਾਬੂ ਹੈ। ਜ਼ਰਾ ਗੌਰ ਕਰਨਾ। ਹੁਣ ਜ਼ਰਾ ਸੋਚੋ ਕੋਈ ਦੂਜਾ ਬੁਰਾ ਬੋਲੇ ਤਾਂ ਕੀ ਮੇਰੇ ਕੰਟਰੋਲ 'ਚ ਹੈ ਕਿ ਮੈਂ ਹੱਸਾਂ ਮੁਸਕਰਾਵਾਂ? ਨਹੀਂ, ਦੂਜਾ ਤਾਂ ਮੜਿਆ ਦੇਖ ਵੀ ਲਵੇ ਤਾਂ ਸਾਨੂੰ ਕੀ ਹੋ ਜਾਂਦਾ ਹੈ? ਗੁੱਸਾ ਆ ਜਾਂਦਾ ਕਿ ਨਹੀਂ? ਅਸੀਂ ਤਾਂ ਅਗਲੇ ਧੌਣ ਫੜਨ ਨੂੰ ਤਿਆਰ ਹੋ, ਤੇਰੀ ਹਿੰਮਤ ਕਿੱਦਾਂ ਹੋਈ ਦੇਖਣ ਦੀ? ਇਹਦਾ ਮਤਲਬ ਕੰਟਰੋਲ ਹੈ ਹੀ ਨਹੀਂ। ਇਹ ਸਾਡੇ ਤੇ ਹੱਥ 'ਚ ਕੰਟਰੋਲ ਹੋਣਾ ਚਾਹੀਦਾ ਕਿ ਜੇ ਮੈਂ ਗੁੱਸਾ ਕਰਨਾ ਹੈ ਤਾਂ ਕਰਨਾ, ਨਹੀਂ ਕਰਨਾ ਤਾਂ ਪੂਰੀ ਦੁਨੀਆ ਜ਼ੋਰ ਲਾ ਲਵੇ, ਮੈਂ ਨਹੀਂ ਕਰਦਾ ਗੁੱਸਾ ਕਿਉਂਕਿ ਮੇਰਾ ਆਪਣੇ ਅੰਦਰ ਪੂਰਾ ਕੰਟਰੋਲ ਹੈ। ਪਰ ਇੱਥੇ ਖੁਸ਼ੀ ਤੇ ਵੀ ਬੰਦੇ ਦਾ ਕੰਟਰੋਲ ਹੈ ਨਹੀਂ, ਤਾਂ ਗਮੀ ਤੇ ਜਾਂ ਕਹਿ ਲਓ ਕ੍ਰੋਧ ਤੇ ਵੀ ਬੰਦੇ ਦਾ ਕੰਟਰੋਲ ਹੈ ਨਹੀਂ। ਹੁਣ ਕੋਈ ਤੁਹਾਨੂੰ ਮਾਰਿਆ ਕਹਿੰਦੇ ਲੈ ਵੀ ਬੜਾ ਸੋਹਣਾ ਲੱਗਦਾ ਹੈ, ਬੜੇ ਵਧੀਆ ਕੱਪੜੇ, ਅੱਛਾ ਲੈ ਖੁਸ਼ ਹੋ ਗਏ, ਆ ਕਿੱਦਾਂ ਦਾ ਲੱਗਦਾ ਤੂੰ, ਆ ਕੱਪੜੇ ਕਿੱਦਾਂ ਦੇ ਪਾਏ ਆ, ਨਾਲ ਹੀ ਕ੍ਰੋਧ ਆ ਗਿਆ। ਤਾਂ ਮਤਲਬ ਬਟਨ ਦੂਜਿਆਂ ਦੇ ਹੱਥ 'ਚ ਹੈ, ਦੂਜੇ ਬਟਨ ਮਰੋੜਨ ਹਸਾ ਦੇਣ, ਦੂਜੇ ਬਟਨ ਮਰੋੜਨ ਉਹ ਰਵਾ ਦੇਣ। ਫਿਰ ਜ਼ਿੰਦਗੀ ਸਾਡੀ ਕਾਹਦੀ ਰਹਿ ਗਈ? ਫਿਰ ਤਾਂ ਜ਼ਿੰਦਗੀ ਦੂਜੇ ਦੀ ਹੋ ਗਈ। ਕਿਉਂਕਿ ਜਿੱਦਾਂ ਸਮਝ ਲਓ ਕਿ ਟੀਵੀ ਹੈ, ਟੀਵੀ ਦਾ ਰਿਮੋਟ ਇਹਦੇ ਹੱਥ 'ਚ ਹੈ ਨਾ, ਤਾਂ ਜਿਹਦੇ ਹੱਥ 'ਚ ਟੀਵੀ ਦਾ ਰਿਮੋਟ ਹੈ ਫਿਰ ਟੀਵੀ ਉਹਦਾ ਹੀ ਹੈ ਜੋ ਮਰਜ਼ੀ ਚਲਾਈ ਜਾਵੇ। ਹੁਣ ਜ਼ਰਾ ਸੋਚੋ ਕਿ ਤੁਹਾਡੇ ਜੀਵਨ ਦੇ ਟੀਵੀ ਤੇ ਤੁਹਾਡਾ ਕੰਟਰੋਲ ਹੈ ਜਾਂ ਦੂਜੇ ਦਾ ਕੰਟਰੋਲ ਹੈ? ਸੋਚ ਕੇ ਜਵਾਬ ਦਿਓ ਸਾਨੂੰ, ਸੱਚ ਜਵਾਬ ਦੇਣਾ, ਆਪਣੇ ਆਪ ਨੂੰ ਜਵਾਬ ਦੇ ਦਿਓ, ਸਾਨੂੰ ਕੀ ਦੇਣਾ ਹੈ? ਤੁਹਾਡੇ ਨਾ ਜੀਵਨ ਤੇ ਦੂਜੇ ਕੰਟਰੋਲ ਕਰਦੇ ਹੈ। ਅਗਰ 2-4 ਆਦਮੀ ਫੈਸਲਾ ਕਰ ਲੈਣ ਤੁਹਾਨੂੰ ਹਸਾਣਾ, ਹਸਾ ਵੀ ਸਕਦੇ, 2-4 ਆਦਮੀ ਫੈਸਲਾ ਕਰ ਲੈਣ ਤੁਹਾਨੂੰ ਰਵਾਣਾ, ਰਵਾ ਵੀ ਸਕਦੇ ਹੈ। ਪਰ ਗੁਰੂ ਰਹਿਬਰ ਉਹ ਹੈ ਜਿਨ੍ਹਾਂ ਨੇ ਆਪਣੇ ਮਨ ਤੇ ਕੰਟਰੋਲ ਕੀਤਾ ਹੈ। ਫਿਰ ਪੂਰੀ ਦੁਨੀਆ ਵੀ ਮਿਲ ਕੇ ਜ਼ੋਰ ਲਾਵੇ ਤਾਂ ਉਹਨਾਂ ਦੀ ਅਵਸਥਾ ਨੂੰ ਹਿਲਾ ਨਹੀਂ ਸਕਦੀ। ਉਹ ਹਰ ਵੇਲੇ ਸ਼ਾਂਤ ਰਹਿੰਦੇ, ਆਨੰਦਿਤ ਰਹਿੰਦੇ ਆ। ਕੋਈ ਨਿੰਦ ਦੇਵੇ ਤਾਂ ਵੀ, ਤਾਂ ਕੋਈ ਤਾਰੀਫ ਕਰੇ ਤਾਂ ਵੀ ਉਹਨਾਂ ਨੂੰ ਫਰਕ ਨਹੀਂ ਪੈਂਦਾ। ਉਹ ਕਹਿੰਦੇ ਠੀਕ ਹੈ ਭਾਈ, ਤੈਨੂੰ ਅੱਛਾ ਲੱਗਾ ਤਾਰੀਫ ਕੀਤੀ, ਬੁਰਾ ਲੱਗਾ ਨਿੰਦਿਆ, ਪਰ ਅਸੀਂ ਉਸ ਅਵਸਥਾ ਤੇ ਜਿੱਥੇ ਸਦਾ ਆਨੰਦ ਹੀ ਆਨੰਦ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਥੋੜਾ ਜਿਹਾ ਇਹ ਸੋਚੋ ਕਿ ਜੇ ਜੀਵਨ ਮੇਰਾ ਹੈ ਤਾਂ ਮੈਂ ਜੀਵਨ ਦੇ ਉੱਪਰ ਕੰਟਰੋਲ ਵੀ ਆਪਣਾ ਰੱਖਾਂ, ਤਾਂ ਕਿ ਮੈਂ ਫੈਸਲਾ ਕਰਨਾ ਹੈ ਕਿ ਮੈਂ ਸਦਾ ਸ਼ਾਂਤ ਰਹਿਣਾ ਹੈ, ਖੁਸ਼ ਰਹਿਣਾ ਹੈ। ਤਾਂ ਫਿਰ ਮੇਰੀ ਸ਼ਾਂਤੀ, ਮੇਰੀ ਖੁਸ਼ੀ ਇਦਾਂ ਦੀ ਹੋਣੀ ਚਾਹੀਦੀ ਕਿ ਜਿਹਦਾ ਕਿਸੇ ਦੀ ਗੱਲ ਦਾ ਅਸਰ ਮੇਰੇ ਤੇ ਨਾ ਹੋਵੇ। ਜਿੱਦਾਂ ਸਵਾਮੀ ਵਿਵੇਕਾਨੰਦ ਜੀ ਨੇ ਬੜੀ ਪਿਆਰੀ ਗੱਲ ਕੀਤੀ। ਉਹ ਕਹਿੰਦੇ ਸੀ ਆਪਣੇ ਪਿਆਰਿਆਂ ਨੂੰ, ਉਹ ਕਹਿੰਦੇ ਇਦਾਂ ਦੇ ਨਾ ਬਣੋ ਕਿ ਦੂਜਿਆਂ ਦੀਆਂ ਗੱਲਾਂ ਦਾ ਪ੍ਰਭਾਵ ਤੁਹਾਡੇ ਤੇ ਪਵੇ। ਜ਼ਰਾ ਗੌਰ ਕਰਨਾ। ਉਹ ਕਹਿੰਦੇ ਇਦਾਂ ਦਾ ਜੀਵਨ ਨਹੀਂ ਤੁਹਾਡਾ ਹੋਣਾ ਚਾਹੀਦਾ ਕਿ ਦੂਜਿਆਂ ਦੀਆਂ ਗੱਲਾਂ ਦਾ ਪ੍ਰਭਾਵ ਤੁਹਾਡੇ ਤੇ ਪਵੇ, ਬਲਕਿ ਆਪਣੇ ਜੀਵਨ ਨੂੰ ਇੰਨਾ ਨੇਕ ਔਰ ਇੰਨਾ ਅੱਛਾ ਬਣਾਓ ਕਿ ਤੁਹਾਡੀਆਂ ਗੱਲਾਂ ਦਾ, ਤੁਹਾਡੀ ਕਰਨੀ ਦਾ ਪ੍ਰਭਾਵ ਦੂਜਿਆਂ ਤੇ ਪਵੇ। ਇੱਕ ਅਗਰ ਦੇਖਿਆ ਜਾਵੇ ਲਾਈਨਾਂ ਤਾਂ ਦੋ ਛੋਟੀਆਂ ਜਿਹੀਆਂ ਪਰ ਅਸਰ ਇਹਨਾਂ 'ਚ ਬਹੁਤ ਬੜਾ ਹੈ। ਅੱਜ ਬੰਦੇ ਤੇ ਦੂਜਿਆਂ ਦਾ ਪ੍ਰਭਾਵ ਤਾਂ ਜ਼ਰੂਰ ਪੈਂਦਾ ਹੈ, ਪਰ ਬੰਦਾ ਕੋਈ ਇਦਾਂ ਦੀ ਗੱਲ ਕਰਦਾ ਨਹੀਂ, ਕਰਮ ਕਰਦਾ ਨਹੀਂ ਕਿ ਮੇਰਾ ਪ੍ਰਭਾਵ ਦੂਜੇ ਤੇ ਪਵੇ। ਜਰਾ ਗੌਰ ਕਰਨਾ। ਜਿੱਦਾਂ ਫਰਜ਼ ਕਰੋ ਇੱਕ ਆਦਮੀ ਹੈ, ਨਸ਼ਾ ਨਹੀਂ ਕਰਦਾ, ਉਹ ਐਸੀ ਜਗ੍ਹਾ ਚਲਾ ਜਾਂਦਾ ਜਿੱਥੇ 4 ਨਸ਼ੇੜੀ ਬੰਦੇ ਆ ਨਾ, ਤਾਂ ਹੁਣ ਉਹਨਾਂ ਇਦਾਂ ਨਹੀਂ ਕਰਨੀ ਕਿ ਮੇਰਾ ਪ੍ਰਭਾਵ ਇਹਨਾਂ ਤੇ ਪਵੇ ਕਿ ਮੈਂ ਨਸ਼ਾ ਨਹੀਂ ਕਰਦਾ, ਇਹਨਾਂ ਦਾ ਨਸ਼ਾ ਵੀ ਛੁੱਟੇ, ਬਲਕਿ ਉਹਨਾਂ ਕਰਨਾ ਇਹਨਾਂ 4 ਨੇ ਮੈਨੂੰ ਵੀ ਪੀਣ ਲਾ ਦਿੱਤਾ। ਯਾਨੀ ਉਹਨਾਂ ਦੀ ਬੁਰਾਈ ਦਾ ਪ੍ਰਭਾਵ ਮੇਰੇ ਤੇ ਪੈ ਗਿਆ। ਇਹਦਾ ਮਤਲਬ ਮੈਂ ਕਮਜ਼ੋਰ ਸੀ, ਉਹ ਸ਼ਕਤੀਸ਼ਾਲੀ ਸੀ, ਇਸ ਲਈ ਉਹਨਾਂ ਦੀ ਬੁਰਾਈ ਦਾ ਅਸਰ ਮੇਰੇ ਤੇ ਹੋ ਗਿਆ। ਕਾਸ਼ ਮੈਂ ਇੰਨਾ ਸਟਰੋਂਗ ਹੁੰਦਾ, ਇੰਨਾ ਮਜ਼ਬੂਤ ਹੁੰਦਾ,
ਆਪਣੀ ਸ਼ਕਤੀ ਨੂੰ ਮੈਂ ਜਾਣਦਾ ਹੁੰਦਾ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਕੰਮ ਕਰਦੀ ਹੈ, ਤਾਂ ਫਿਰ ਕੀ ਹੋਣਾ ਸੀ? ਫਿਰ ਇਹ ਹੋਣਾ ਸੀਗਾ ਕਿ ਮੇਰੀ ਸ਼ਕਤੀ ਦਾ ਪ੍ਰਭਾਵ ਉਹਨਾਂ ਚਾਰਾਂ ਤੇ ਪੈ ਜਾਣਾ ਸੀ। ਉਹਨਾਂ ਨੇ ਛੱਡ ਦੇਣਾ ਸੀ ਕਿ ਭਾਈ ਇਹ ਨਹੀਂ ਪੀਂਦਾ ਮੈਂ ਵੀ ਛੱਡਾਂ। ਜ਼ਿੰਦਗੀ ਸਾਡੀ ਐਸੀ ਹੋਣੀ ਚਾਹੀਦੀ ਹੈ, ਸਮਝ ਰਹੇ ਹੋ ਕਿ ਨਹੀਂ? ਇਸ ਲਈ ਜੀਵਨ ਦੇ ਵਿੱਚ सीख ले आत्म ज्ञान को जो सब सुखों का मूल। इसलिए अज तो विचार करना कि आत्म ज्ञान बारे सीखण की मैं कोशिश की। कभी मैं कोई वो क्लास ली, क्लास ही कहना पेगा सानू, क्योंकि सत्संग भी क्लास ही होंगी है कि जिथे बह के सानू गुरु दे कोलों, प्रोफैसर कोलों, टीचर कोलों, मास्टर कोलों आत्मा नू किद्दां जाणिया जावे, और शक्ति नू किद्दां पहचानिया जावे, सानू दा ज्ञान मिलता है। और हुण आ जाइए कि आत्मा नू जानना क्यों जरूरी है, ये बारे भी समझ लीजिए थोड़ा जिहा। कि महात्मा बुद्ध ने अपने एक शब्द अंदर 3 कारण दसे है इंसान के दुखों के। महात्मा बुद्ध कहते इंसान दुखी क्यों है, इंसान दुखी क्यों है? तो कहते 3 कारण ऐसे है जिन्हां करके इंसान दुखी है। वो 3 कारण पता तुहानू? अगर वो 3 कारणों असीं समझ लईए तो फिर शायद साडे जीवन के दुख भी मिटने शुरू हो जाण, साडे जीवन के दुख भी अज तो खत्म होने शुरू हो जाने। इसलिए 3 कारण समझ लेना। महात्मा बुद्ध ने कहा कि 3 कारण है इंसान के जीवन के दुखों के। जे इंसान अपने जीवन च दुखी है, जे इंसान अपने जीवन च परेशान है, तो 3 कारणों की वजह नाल। हुण समझ लीओ 3 कारण किहड़े है। पहला कारण महात्मा बुद्ध ने दस्सिया कि इंसान के दुखों का पहला कारण यह है कि इंसान अपने आप नूं वो परमात्मा तो जुदा समझदा है। सब तो पहला कारण समझते हो कि नहीं, कि असीं अपने आप नूं कितों जुदा समझते हैं? परमात्मा तो। हालांकि असीं परमात्मा तो जुदा है नहीं, पर असीं समझ लैंदे हैं। और जदों समझ लैंदे कि मैं रब तो जुदा हाँ, उत्थों ही साडे दुखां दी शुरुआत हो जाती है। बोलो समझते हो कि नहीं? उत्थों ही साडे दुखां दी शुरुआत हो जाती है। जिद्दां असीं इत्थे एक मिसाल दे के समझावांगे। आ गिलास काहदा है? काहदा बनिया है गिलास? काहदा बनिया है? स्टील का गिलास है। पक्का मानते हो ना? हुण फर्ज करो स्टील इत्थे नहीं है, पर यह स्टील तो जुदा है। आकार बेशक इहदा गिलास वाला है, पर है तो स्टील का ही है ना। हुण दूजा गिलास रखा जाए, तीजा रखा जाए, चौथा रखा जाए, तो सारे गिलास काहदे है? स्टील दे ही है। पर जे हुण असीं कहीए नहीं जी ये तो स्टील तो इदां हुंदी है, पत्रे च हुंदी है, या सरिया हुंदा है, या आ हुंदा है, ये तो आकार ही होर है, तो ये इंसान की मूर्खता है। हुण कोई कह सकदा पानी का गिलास, चाह का गिलास, शरबत का गिलास, पर सही माने देखा जाए गिलास ये काहदा है? स्टील का है। टेबल काहदा बनिया? टेबल ये की है? जवाब दिओ। लक्कड़ है ना। हुण जरा गौर करना, हुण ये लक्कड़ है, हुण टेबल बन गया, यदि कुर्सी भी बनाई जा सकती है। बनाई जा सकती कि नहीं? किसी कारपेंटर नूं लियाओ कि भाई लत्तां बाहां वड्ड के दी कुर्सी बना दे, उन्हें आपे आप कट वड्ड के ना तोड़ के टेबल की कुर्सी बना देनी है। यानी इहदा आकार चेंज किया जा सकता है, इहदा आकार टेबल नूं कुर्सी बनाई जा सकती है। ये गिलास का आकार चेंज किया जा सकता है, इहनूं पिघला के कोली बनाई जा सकती है, थाली बनाई जा सकती है। सो लक्कड़ होवे, स्टील होवे, सोना होवे, असीं उहदा आकार तो बदल सकते हैं, पर उहदी असलीयत वो नहीं बदल सकते। लक्कड़ ने लेना लक्कड़ ही है, गोल्ड ने, सोने ने रहना सोना ही है, स्टील ने रहना स्टील ही है। आकार बदल सकते हैं, पर जो दी असलीयत है, सच्चाई है, वो नहीं बदली जा सकती। यही समझना जरा। हुण जे कोई सोचे है ही गिलास, स्टील है ही नहीं, ओदी मूर्खता है। अज असीं भी अलग अलग आकार लैके बैठे हैं, कोई छोटा है, कोई बड़ा है, कोई गोरा है, कोई काला है, यानी रंग अलग अलग है, रूप अलग अलग है, पर जिहड़ी शक्ति सानू पैदा करने वाली है ना, वो सारे अंदर इको ही है। इसलिए साडे आकार बदल सकते हैं। बदलते हैं कि नहीं? बचपन च साडा की आकार हुंदा है? इन्ने क हुंदे हैं। इन्ने क तां छोटा हो गया ना, इन्ने क तां हुंदे ही है। बचपन च असीं जदों मां दी कोख च जन्म लेंदे इन्ने क हुंदे हैं, फिर एडे 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 बड़ा हुंदे 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 फिर कहंदे 6 फुट का हो गया साडा बेटा। हो जाता कि नहीं? हुण इहदा मतलब की है? आकार छोटा बड़ा हो सके, बदल सकता है, पर एक चीज साडे सारे अंदर ऐसी है जिहड़ी चाह के भी असीं बदल नहीं सकते। और वो किहड़ी है? वो है परमात्मा, वो है आत्मा
ਜੋ ਪਰਮਾਤਮਾ ਦਾ ਅੰਸ਼ ਹੈ ਸਾਡੇ ਸਾਰੇ ਅੰਦਰ ਕੰਮ ਕਰ ਰਿਹਾ ਹੈ। ਪਰ ਅੱਜ ਹੈਰਾਨੀ ਦੀ ਗੱਲ ਹੈ, ਅਸੀਂ ਉਹ ਸ਼ਕਤੀ ਨੂੰ ਸਮਝਣ ਦੀ ਬਜਾਏ ਆਪਣੇ ਸਰੀਰਾਂ ਨੂੰ ਲੈ ਕੇ ਬੈਠੇ ਰਹਿੰਦੇ ਹਾਂ, ਆਪਣੀ ਇਹ ਵਜੂਦ ਨੂੰ ਲੈ ਕੇ ਬੈਠੇ ਰਹਿੰਦੇ ਆ ਕਿ ਜਿਸ ਘਰ 'ਚ ਜਨਮ ਲੈ ਲਿਆ, ਆਹ ਮੇਰਾ ਧਰਮ ਹੈ, ਆਹ ਮੇਰੀ ਜਾਤ ਹੈ, ਆਹ ਮੈਂ ਅਮੀਰ ਆ, ਮੈਂ ਗਰੀਬ ਆ। ਹੁਣ ਇੱਥੇ ਸਮਝਣ ਦੀ ਲੋੜ ਹੈ ਕਿ ਸਾਡੇ ਸਰੀਰ ਦੇ ਆਕਾਰ ਹੋਰ ਹੋ ਸਕਦੇ ਆ, ਸਾਡੇ ਸਰੀਰ ਕੋ ਸੰਪत्ति ਹੋਰ ਹੋ ਸਕਦੀ ਹੈ, ਪਰ ਇੱਕ ਤਾਕਤ ਐਸੀ ਹੈ ਜਿੱਥੇ ਸਾਰੇ ਅਸੀਂ ਇੱਕ ਬਰਾਬਰ ਹੀ ਹੈ, ਨਾ ਉੱਥੇ ਘੱਟ ਹੈ ਤਾਂ ਨਾ ਹੀ ਕੁਝ ਵੱਧ ਹੈ। ਇਸ ਲਈ ਗੱਲ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਪਰਮਾਤਮਾ ਦੀ ਉਹ ਸ਼ਕਤੀਆਂ ਦੀ ਗੱਲ ਆਉਂਦੀ ਹੈ ਨਾ, ਤਾਂ ਫਿਰ ਉਹ ਅਮੀਰ ਵੀ ਜਾਣ ਸਕਦਾ ਹੈ, ਗਰੀਬ ਵੀ ਜਾਣ ਸਕਦਾ ਹੈ। ਉੱਥੇ ਜਾਤ ਦਾ, ਧਰਮ ਦਾ ਕੋਈ ਸਵਾਲ ਨਹੀਂ ਹੈ, ਕਿਉਂਕਿ ਇੱਕੋ ही तो चीज ऐसी है जिदा परमात्मा ने। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।